ਇੱਕ ਮੇਰਾ ਦੋਸਤ ਸੀ, ਉਸਤਾਦ ਵੀ ਸੀ, ਦੋਸਤ ਵੀ ਸੀ, ਉਸਮਾਨ ਬੱਟ FIH ਨੇ, ਅੱਛਾ ਫੈਸਲਾਬਾਦ 에ਅਰਪੋਰਟ ਤੇ ਨੇ। ਤੇ ਮੇਰਾ 80-82 kg weight ਸੀ ਜਦੋਂ ਮੈਂ ਉਹਨਾਂ ਦੇ ਕੋਲ ਸਾਂ। ਇਸ ਜਦੋਂ ਸਟਾਰਟ ਕੀਤਾ ਜੀ ਜਦੋਂ ਸਟਾਰਟ ਕੀਤਾ ਸੀ, ਉਹਨਾਂ ਨੇ ਮੇਰੇ ਤੇ ਕਾਫੀ ਅੱਛੀ ਮਿਹਨਤ ਕੀਤੀ, ਕਾਫੀ ਖਰਚਾ ਕੀਤਾ, 100+ ਮੇਰਾ weight ਕੀਤਾ। ਫੈਸਲਾਬਾਦ ਲੈ ਕੇ ਆਂਦੇ ਸੀ ਮੈਨੂੰ, ਬਾਂਹਾਂ ਦਾ ਜ਼ੋਰ ਕਰਕੇ ਜਾਣਾ, ਬਾਂਹ ਫੜਨੀ। ਕਬੱਡੀ ਵੱਲ ਕਿਵੇਂ ਜੰਪ ਹੋ ਮੈਨੂੰ ਉਹਨਾਂ ਹੀ ਉਸਤਾਦ ਸੁਮਾਨ ਨੇ ਹੀ ਮੈਨੂੰ ਕਿਹਾ ਸੀ ਕਿ ਮੈਂ ਨਾ ਸ਼ਾਗਿਰਦ ਕਰਾਣਾ ਫੈਸਲਾਬਾਦ ਨਾ, ਅੱਛਾ ਉਸਤਾਦ ਜੀ ਕੋ ਭੇਜਣਾ, ਉਸਤਾਦ ਸ਼ੁਬਾਦ ਬੰਦੇਸ਼ੇ ਕੋ, ਮੇਰੇ ਉਸਤਾਦ ਜੀ ਨਾ ਕੋ। ਤੇ ਫਿਰ ਇੱਥੇ ਆ ਕੇ ਮੈਂ ਫਿਰ ਬਾਂਹ ਛੱਡਤੀ ਸੀ, ਅੱਛਾ ਬਾਡੀ ਬਿਲਡ ਮਤਲਬ ਜਿਮ ਘਟਾ ਦਿੱਤੀ ਮੈਂ। weight ਫਿਰ ਕਿ ਹੁਣ ਕਿੰਨਾ weight ਹੈ ਇਸ ਟਾਈਮ ਤੁਹਾਡਾ? ਮੇਰਾ 100+। ਸੌਫਟੀ ਦੇ ਵਾਸਤੇ ਫਿਰ ਕੀ ਖਾਂਦੇ ਹੋ ਤੁਸੀਂ? ਕਾਫੀ ਡਾਈਟ ਕਰਨੀ ਪੈਂਦੀ ਹੈ, ਮੀਟ ਕਾਫੀ ਜ਼ਿਆਦਾ ਲੈਣਾ ਪੈਂਦਾ ਹੈ, ਰੂਟੀਨ ਬਣਾਉਣੀ ਪੈਂਦੀ ਤਾਂ ਮੈਨੇ। ਕਿਹੜੇ ਮੈਚਾਂ 'ਚ ਤੁਸੀਂ ਕਿਹੜੇ ਕੰਟਰੀ 'ਚ ਪਰਫਾਰਮ ਕੀਤਾ? ਕਬੱਡੀ 'ਚ ਆਂਦੇ ਕੁਝ ਅਰਸੇ ਬਾਅਦ ਮੈਂ ਬਹਿਰੀਨ ਚਲਾ ਗਿਆ ਤੇ ਉੱਥੇ ਮੈਂ ਆਪਣੀ ਪਾਵਰ ਨਾਲ ਹੀ ਖੇਲ ਕੇ ਆਇਆ, ਕੋਈ ਟੈਕਨੀਕ ਨਹੀਂ ਸੀ ਐਵੇਂ। ਅੱਛਾ, ਟੈਕਨੀਕ ਦੀ ਬਜਾਏ ਪਾਵਰ ਨਾਲ? ਹਾਂਜੀ, ਅੱਜ ਵੀ ਨਹੀਂ ਹੈ। ਅੱਛਾ ਅੱਜ ਵੀ ਪਾਵਰ ਤੇ ਖੇਲੀ ਦੀ। ਫਿਰ ਮੇਰਾ ਕੈਨੇਡਾ ਦਾ ਹੋ ਗਿਆ ਅਲਹਮਦੁਲਿਲਾ, ਮੈਂ ਪਿਛਲੇ ਸਾਲ ਕੈਨੇਡਾ ਖੇਲ ਕੇ ਆਇਆ। ਅੱਛਾ, ਕੈਨੇਡਾ ਤੇ ਕਹਿੰਦੇ ਨੇ ਬੜੀ ਪਰਵੀ ਕਿਸਮ ਦੀ ਕਬੱਡੀ, ਉੱਥੇ ਤਾਂ ਆਮ ਪਲੇਅਰ ਚੱਲ ਹੀ ਨਹੀਂ ਸਕਦਾ। ਕੈਨੇਡਾ 'ਚ ਕਬੱਡੀ ਪਾਵਰ ਟੈਕਨੀਕ ਜਿੰਨੀ ਵੀ ਹੋਏ ਨਾ, ਬੰਦੇ को पावर नहीं ना है, बंदा कामयाब नहीं है, पावर होनी लाजमी। बिस्मिल्लाहिर्रहमानिर्रहीम। नाज़रीन, पॉडकास्ट विद सरदार अमीन जितोई में एक बार फिर खुशामदीद। नाज़रीन, आज हमारे साथ कबड्डी की दुनिया का एक बहुत बड़ा नाम सिर्फ चंद ही अरसे में अपने नाम की धाक बिठाई और कबड्डी की दुनिया में बता दिया कि कोई बिल्कुल थोड़े से अरसे में भी बहुत बड़ी शोहरत हासिल कर सकता है। उबैदुल्लाह राजपूत आज हमारे मेहमान हैं। राजपूत साहब कैसे हैं? ठीक ठाक? हाँ जी अल्हम्दुलिल्लाह, तुसी दसो ठीक हो? बिल्कुल ठीक ठाक। राजपूत साहब, सब तो पहला ते दसो कि तुसी कित्थे पले पड़े, कित्थों अपनी शुरुआत किहड़ी जगह तो कीती तुसी? मैं भाजी बेसिकली ते सरगोदा तो हाँ, पिंड मेरा 45 जनूबी, अच्छा, जिला सरगोदा। ते तकरीबन सानू 15 साल हो गए सी चनाब नगर च आया, चन्योर के नजदीक ना, सरगोदा तो। अच्छा, उत्थे पढ़िया लिखिया मैं, उत्थे गेम शेम थोड़ी मतलब। अच्छा, हाँ जी। गेम स्टार्ट तो कबड्डी वाला आ गया या कोई होर स्टार्ट कीता सी कबड्डी तो पहला कोई? नहीं भाजी, मैं कबड्डी च नहीं, मतलब मैं स्टार्ट च मैं पहला कलाई दी गेम करदा सा। अच्छा, मैनू एक मेरा दोस्त सी, उस्ताद भी सी, दोस्त भी सी, उस्मान ਬੱਟ FIH ਨੇ, अच्छा, ਫੈਸਲਾਬਾਦ 에ਅਰਪੋਰਟ ਤੇ ਨੇ। ਤੇ ਉਹਨਾਂ ਨੂੰ ਕਲਾਈ ਦਾ ਸ਼ੌਕ ਸੀ। अच्छा, ਉਹਨਾਂ ਮੈਨੂੰ ਸਪੋਰਟ ਕੀਤੀ ਤੇ ਤਕਰੀਬਨ 19-20-21 ਤੱਕ। अच्छा, 19-20 ਕਰ ਲਓ, 2-2.5 ਸਾਲ ਨਾ। ਤੇ ਮੇਰਾ 80-82 kg weight ਸੀ ਜਦੋਂ ਮੈਂ ਉਹਨਾਂ ਦੇ ਕੋਲ ਸਾਂ। ਇਸ ਜਦੋਂ ਸਟਾਰਟ ਕੀਤਾ? ਜੀ ਜਦੋਂ ਸਟਾਰਟ ਕੀਤਾ ਸੀ। ਤੇ ਉਹਨਾਂ ਨੇ ਮੇਰੇ ਤੇ ਕਾਫੀ ਅੱਛੀ ਮਿਹਨਤ ਕੀਤੀ, ਕਾਫੀ ਖਰਚਾ ਕੀਤਾ, 100+ ਮੇਰਾ weight ਕੀਤਾ। ਮੈਂ ਮਤਲਬ ਬਾਜ਼ੂ ਪਕੜਦਾ ਸੀ ਨਾ, ਉਹਨਾਂ ਨੂੰ ਸ਼ੌਕ ਸੀ ਨਾ ਬਾਜ਼ੂ ਦਾ, ਤੇ ਉਹਨਾਂ ਨੇ ਮੇਰੇ ਤੇ ਸ਼ੌਕ ਕੀਤਾ। ਫਿਰ ਮੈਂ ਫੈਸਲਾਬਾਦ ਲੈ ਕੇ ਆਂਦੇ ਸੀ ਮੈਨੂੰ, ਇੱਥੇ ਰੈਗੂਲਰ ਆਣਾ, ਬਾਂਹਾਂ ਦਾ ਜ਼ੋਰ ਕਰਕੇ ਜਾਣਾ, ਬਾਂਹ ਫੜਨੀ। ਤੇ ਉਸ ਲਈ ਬਾਂਹ ਦੇ ਵਿੱਚ ਐ ਨਾ ਕਿ ਜਿੰਨਾ ਬੰਦੇ ਦਾ weight ਹੋਏਗਾ ਨਾ, ਉਹਨਾਂ ਤਗੜਾ ਪਲੇਅਰ ਹੋਏਗਾ। weight ਦੀ ਵਜ੍ਹਾ ਤੋਂ ਪਾਵਰ ਵੀ ਵੱਧਦੀ ਬੰਦੇ ਦੇ ਵਿੱਚ। ਬਾਂਹ ਦੇ ਵਿੱਚ weight ਵਧਾਉਣਾ ਲਾਜ਼ਮੀ ਹੈ। ਤੇ ਉਹ ਫਿਰ ਇਦਾਂ ਹੀ ਫਿਰ ਉਹਨਾਂ ਨੇ ਮੈਨੂੰ ਸਪੋਰਟ ਕੀਤੀ, ਬਹੁਤ ਪਿਆਰ ਵੀ ਦਿੱਤਾ, ਬਹੁਤ ਸਪੋਰਟ ਕੀਤੀ। ਤੇ ਇਸ ਤਰ੍ਹਾਂ ਹੀ ਫਿਰ ਮੈਂ ਮਤਲਬ 2021 ਤੋਂ ਬਾਅਦ ਫਿਰ ਮੈਂ ਕਬੱਡੀ ਵੱਲ ਕਿਵੇਂ ਜੰਪ ਹੋ? ਮੈਨੂੰ ਉਹਨਾਂ ਹੀ ਉਸਤਾਦ ਸੁਮਾਨ ਨੇ ਹੀ ਮੈਨੂੰ ਕਿਹਾ ਸੀ ਕਿ ਮੈਂ ਨਾ ਤੈਨੂੰ ਸ਼ਾਗਿਰਦ ਕਰਾਣਾ ਫੈਸਲਾਬਾਦ ਨਾ। ਅੱਛਾ, ਉਸਤਾਦ ਜੀ ਕੋ ਭੇਜਣਾ, ਉਸਤਾਦ ਸ਼ੁਬਾਦ ਬੰਦੇਸ਼ੇ ਕੋ, ਮੇਰੇ ਉਸਤਾਦ ਜੀ ਨਾ ਕੋ ਕਬੱਡੀ ਦੇ ਉਸਤਾਦ ਨੇ ਮੇਰੇ। ਤੇ ਉਹਨਾਂ ਨੇ 2019 ਦੇ ਵਿੱਚ ਨਾ ਲਾਹੌਰ ਮੈਚ ਹੋਇਆ ਸੀ, ਤੇ ਉੱਥੇ ਮੈਨੂੰ ਘੱਲਿਆ ਸੀ। ਪਹਿਲੀ ਮੁਲਾਕਾਤ ਉਸਤਾਦ ਜੀ ਨਾਲ ਮੇਰੀ ਉੱਥੇ ਹੋਈ ਸੀ। ਤੇ ਉਹ ਮਤਲਬ ਮੇਰਾ ਸਟਾਰਟਿੰਗ ਦੇ ਵਿੱਚ ਜਦੋਂ ਮੈਂ 80-82 kg ਦਾ ਮੇਰਾ 80-82 kg weight ਸੀ ਨਾ ਮੇਰਾ, ਜਦੋਂ ਉਸਤਾਦ ਸੁਮਾਨ ਨੇ ਮੈਨੂੰ ਸਪੋਰਟ ਕਰਨੀ ਸ਼ੁਰੂ ਕੀਤੀ, ਤੇ ਉਦੋਂ ਮੈਨੂੰ ਉਹਨਾਂ ਭੇਜਿਆ ਸੀ, ਜਾਂ ਮੁਲਾਕਾਤ ਕਰ ਰਿਹਾ ਤੇ ਫਿਰ ਜਦੋਂ ਤੂੰ ਗੇਮ ਕਰਨੀ ਹੋਏ ਨਾ ਤੈਨੂੰ ਮੈਂ ਭੇਜਾਂਗਾ ਕਬੱਡੀ ਵਾਸਤੇ। ਤੇ ਫਿਰ ਇਸ ਤਰ੍ਹਾਂ ਮੈਂ ਖੈਰ ਫਿਰ ਤੇ ਮੁਲਾਕਾਤ ਮੇਰੀ 2 ਸਾਲ ਬਾਅਦ ਹੀ ਹੋਈ ਉਸਤਾਦ ਜੀ ਨਾਲ। ਤੇ ਫਿਰ ਮੈਂ ਇਸ ਤਰ੍ਹਾਂ ਹੀ ਮਤਲਬ ਬਾਂਹਾਂ ਦਾ ਸ਼ੌਕ ਕਰਦਾ ਰਿਹਾ। ਫਿਰ ਅਚਾਨਕ ਹੀ ਮਤਲਬ ਮੈਂ 1-2 ਮੈਚ ਖੇਲੇ ਫੈਸਲਾਬਾਦ ਦੇ ਵਿੱਚ ਆ ਕੇ। ਮੇਰਾ ਦੋਸਤ ਹੀ ਇੱਕ ਨਾ ਮੇਰੇ ਕੋ ਮੁਲਾਕਾਤ ਕਰਨ ਆਇਆ ਸੀ ਉੱਥੇ ਚਨਾਬ ਨਗਰ ਨਾ, ਸ਼ਾਦਾ ਘੋੜਾ। ਅੱਛਾ, ਕਬੱਡੀ ਦਾ ਪਲੇਅਰ ਹੋਈ ਮਾਸ਼ਾਅੱਲਾ, ਰੇਡਰ ਹੈ ਬਹੁਤ ਅੱਛਾ। ਉਹਨੇ ਮੈਨੂੰ ਆਖਿਆ 1-2 ਮੇਰਾ ਮੈਚ ਖੇਲ ਦੇ। ਮੈਂ ਫਿਰ ਆ ਗਿਆ, ਮੋਟਰਸਾਈਕਲ ਤੇ ਆਇਆ ਮੈਂ। ਤੇ ਉਹ ਫਿਰ ਮੈਂ ਉਸਤਾਦ ਜੀ ਨੂੰ ਮੇਰੇ ਪਤਾ ਲੱਗ ਗਿਆ ਕਿ ਇਹ ਮਤਲਬ ਗੇਮ ਸ਼ੇਮ ਜੀ ਕਰਦਾ ਪਿਆ। ਫਿਰ ਮੈਂ ਉਸਤਾਦ ਜੀ ਨਾਲ ਰਾਬਤਾ ਕੀਤਾ, ਉਸਤਾਦ ਜੀ ਨੇ ਆਖਿਆ ਆ ਜਾ। ਤੇ ਫਿਰ ਮੈਂ ਆ ਗਿਆ 21 ਦੇ ਵਿੱਚ, ਤਕਰੀਬਨ 2021 ਦੇ ਵਿੱਚ ਆ ਗਿਆ ਮੈਂ ਉਸਤਾਦ ਸ਼ਬਾਜ਼ ਕੋਲ। ਤੇ ਫਿਰ ਇੱਥੇ ਆ ਕੇ ਮੈਂ ਫਿਰ ਬਾਂਹ ਛੱਡਤੀ ਸੀ। ਅੱਛਾ, ਬਾਡੀ ਬਿਲਡ ਮਤਲਬ ਜਿਮ ਸ਼ੇਮ ਘਟਾ ਦਿੱਤੀ ਮੈਂ। weight ਫਿਰ ਕਿ ਹੁਣ ਕਿੰਨਾ weight ਹੈ ਇਸ ਟਾਈਮ ਤੁਹਾਡਾ? ਮੇਰਾ 100+। 100 ਪੂਰਾ? ਹਾਂਜੀ ਅਲਹਮਦੁਲਿਲਾ। ਅੱਛਾ, ਤੁਸੀਂ ਤਾਂ ਬਿਲਕੁਲ ਯੰਗ, ਬਿਲਕੁਲ ਛੋਟੇ ਜਿਹੇ ਲੱਗਦੇ ਹੋ, ਲੇਕਿਨ ਅੱਛਾ ਇਹਦੇ ਵਿੱਚ weight ਵਧਾਉਣਾ ਪੈਂਦਾ ਕਬੱਡੀ ਦੇ ਵਿੱਚ ਆ ਕੇ?
ਜਾਂ ਜਿਹੜੀ ਜ਼ੋਰਾਵਰ ਵਾਲੀ ਗੇਮ ਹੁੰਦੀ weight? ਹਾਂਜੀ ਹਾਂਜੀ, weight ਵਧਾਉਣਾ ਪੈਂਦਾ ਪਾਵਰ ਵਾਸਤੇ। ਅੱਛਾ, ਤੇ ਇਹਦੇ ਵਾਸਤੇ ਫਿਰ ਕੀ ਖਾਂਦੇ ਹੋ ਤੁਸੀਂ? ਇਹਦੇ ਵਾਸਤੇ ਭਾਜੀ ਕਾਫੀ ਡਾਈਟ ਕਰਨੀ ਪੈਂਦੀ ਹੈ, ਮੀਟ ਕਾਫੀ ਜ਼ਿਆਦਾ ਲੈਣਾ ਪੈਂਦਾ ਹੈ, ਰੂਟੀਨ ਬਣਾਉਣੀ ਪੈਂਦੀ ਤੁਹਾਨੂੰ, ਮਤਲਬ ਨਾ ਕਿਸੇ ਵੀ ਕੋਈ ਵੀ ਕੰਮ ਦੇ ਰੂਟੀਨ ਬਣਾ ਲਓ ਤੁਹਾਨੂੰ। ਤੇ ਤੁਹਾਡਾ ਡਾਈਟ ਤੇ ਫਿਰ ਬਹੁਤ ਜ਼ਿਆਦਾ, ਹਾਂਜੀ ਹਾਂਜੀ ਬਹੁਤ ਜ਼ਿਆਦਾ ਭਾਜੀ। ਤੇ ਤੁਸੀਂ ਫਿਰ ਕਿਸ ਤਰੀਕੇ ਨਾਲ ਮੈਨੇਜ ਕੀ ਕਬੱਡੀ ਇੰਨਾ ਤੁਹਾਨੂੰ ਪੇ ਕਰਦੀ ਹੈ ਕਿ ਤੁਸੀਂ ਆਪਣੀ ਡਾਈਟ ਔਰ ਪਲੱਸ ਆਪਣਾ ਇੱਕ ਲਾਈਫ ਸਟਾਈਲ ਪੂਰਾ ਕਰ ਸਕੋ? ਹਾਂਜੀ ਭਾਜੀ, ਮੇਰੇ ਉਸ ਤਰ੍ਹਾਂ ਹੀ ਮੇਰੇ ਉਸਤਾਦ ਜੀ ਵੀ ਸਪੋਰਟ ਕਰਦੇ ਰਹੇ, ਸਾਡੇ ਪ੍ਰਮੋਟਰ ਨੇ ਉਹ ਸਪੋਰਟ ਕਰਦੇ ਰਹੇ ਸਾਨੂੰ, ਅਗਰ ਕੋਈ ਪਰੇਸ਼ਾਨੀ ਹੋਈ ਜਾਂ ਕੋਈ ਮਸਲਾ ਹੋਏ ਤੇ। ਫਿਰ ਬਾਕੀ ਮੈਂ ਮੈਚ ਵੀ ਖੇਲਣ ਲੱਗ ਪਿਆ ਸਟਾਰਟਿੰਗ 'ਚ, ਤੇ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ। ਫਿਰ ਅੱਲਾ ਨੇ ਕਿਹੜੇ ਮੈਚਾਂ 'ਚ ਤੁਸੀਂ ਕਿਹੜੇ ਕੰਟਰੀ 'ਚ ਪਰਫਾਰਮ ਕੀਤਾ, ਜਾਂ ਜਿਹੜੇ ਤੁਸੀਂ ਸਮਝਦੇ ਹੋ ਕਿ ਅੱਛਾ ਦੇਖੋ ਯਕਦਮ ਉਬੈਦੁੱਲਾ ਰਾਜਪੂਤ ਚੰਦ ਹੀ ਅਰਸੇ 'ਚ ਆਇਆ ਤੇ ਇੰਨਾ ਨਾਮ ਬਣ ਗਿਆ, ਹੁਣ ਲੋਕ ਕਹਿੰਦੇ ਨੇ ਕਿ ਜਿੱਥੇ ਉਬੈਦੁੱਲਾ ਰਾਜਪੂਤ ਇਹਦਾ ਫੜ ਲਿਆ ਉਹ ਛੱਡਦਾ ਨਹੀਂ, ਇਹ ਕੀ ਵਜ੍ਹਾ ਹੈ? ਮੈਂ ਕਬੱਡੀ 'ਚ ਆਂਦੇ ਕੁਛ ਅਰਸੇ ਬਾਅਦ ਮੈਂ ਬਹਿਰੀਨ ਚਲਾ ਗਿਆ। ਅੱਛਾ, ਤੇ ਉੱਥੇ ਮੈਂ ਆਪਣੀ ਪਾਵਰ ਦੇ ਨਾਲ ਹੀ ਖੇਲ ਕੇ ਆਇਆ, ਕੋਈ ਟੈਕਨੀਕ ਨਹੀਂ ਸੀ ਐਵੇਂ ਕੋਈ। ਅੱਛਾ, ਟੈਕਨੀਕ ਦੀ ਬਜਾਏ ਪਾਵਰ ਨਾਲ? ਹਾਂਜੀ, ਅੱਜ ਵੀ ਨਹੀਂ ਹੈ। ਅੱਛਾ, ਅੱਜ ਵੀ ਪਾਵਰ ਤੇ ਖੇਲੀ ਦੀ। ਤੇ ਫਿਰ ਥੋੜਾ ਅਰਸਾ ਲੰਘਿਆ, ਫਿਰ ਬਹਿਰੀਨ ਚਲਾ ਗਿਆ। ਅੱਛਾ, ਤੇ ਫਿਰ ਤੁਹਾਨੂੰ ਪਤਾ ਹੈ ਬੰਦਾ ਮਿਹਨਤ ਕਰਦਾ ਰਹੇ, ਅੱਲਾਹ ਤਾਲਾ ਸਿਲਾ ਦੇ ਦਿੰਦਾ, ਅੱਲਾਹ ਹੀ ਸਿਲਾ ਨਹੀਂ ਰੱਖਦਾ, ਅੱਲਾਹ ਤਾਲਾ ਮਿਹਨਤ ਦਾ ਸਿਲਾ ਦਿੰਦਾ ਹੈ। ਤੇ ਮੈਂ ਲੱਗਾ ਰਿਹਾ, ਫਿਰ ਮੇਰਾ ਕੈਨੇਡਾ ਦਾ ਹੋ ਗਿਆ ਅਲਹਮਦੁਲਿਲਾ। ਮੈਂ ਪਿਛਲੇ ਸਾਲ ਕੈਨੇਡਾ ਖੇਲ ਕੇ ਆਇਆ, ਤੇ ਕੈਨੇਡਾ ਤੋਂ ਆਉਂਦੇ ਹੀ ਥੋੜੇ ਅਰਸੇ ਬਾਅਦ ਫਿਰ ਮੈਂ ਨਿਊਜ਼ੀਲੈਂਡ ਚਲਾ ਗਿਆ। ਤੇ ਫਿਰ ਹੁਣ ਇਨਸ਼ਾਅੱਲਾ ਥੋੜੇ ਦਿਨ ਤੱਕ ਮੈਂ ਫਿਰ ਕੈਨੇਡਾ ਜਾਣਾ। ਅੱਛਾ, ਕੈਨੇਡਾ ਤੇ ਕਹਿੰਦੇ ਨੇ ਬੜੀ ਪਰਵੀ ਕਿਸਮ ਦੀ ਕਬੱਡੀ, ਉੱਥੇ ਤਾਂ ਆਮ ਪਲੇਅਰ ਚੱਲ ਹੀ ਨਹੀਂ ਸਕਦਾ, ਸਾਡੇ ਕੁਝ ਪਲੇਅਰ ਇੱਥੇ ਜ਼ਖਮੀ ਵੀ ਹੋ ਕੇ ਆਏ। ਔਰ ਤੁਸੀਂ ਉੱਥੇ ਕਿਵੇਂ ਇੰਨੀ ਕਾਮਯਾਬੀ ਹਾਸਲ ਕੀਤੀ? ਕਿਉਂਕਿ ਉੱਥੇ ਕੈਨੇਡਾ ਦੀ ਕਬੱਡੀ, ਸਾਡੇ ਇੱਕ ਦੋਸਤ ਨੇ ਬਿਲਾਲ ਬੰਦੇ ਸਭ ਕਹਿੰਦੇ ਨੇ ਕਿ ਸਭ ਤੋਂ ਔਖੀ ਕਬੱਡੀ ਕੈਨੇਡਾ ਦੇ ਵਿੱਚ, ਤੇ ਤੁਸੀਂ ਫਿਰ ਕਿਵੇਂ ਉੱਥੇ ਖੇਡ ਲਈ? ਹਾਂਜੀ, ਉੱਥੇ ਕੈਨੇਡਾ ਦੇ ਵਿੱਚ ਸਿਰਫ ਕਬੱਡੀ ਪਾਵਰ ਦੀ ਹੋਈ ਹੈ। ਅੱਛਾ, ਕੈਨੇਡਾ 'ਚ ਕਬੱਡੀ ਪਾਵਰ, ਟੈਕਨੀਕ ਜਿੰਨੀ ਵੀ ਹੋਏ ਨਾ, ਬੰਦੇ ਕੋਲ ਪਾਵਰ ਨਹੀਂ ਨਾ ਹੈ, ਬੰਦਾ ਕਾਮਯਾਬ ਨਹੀਂ ਹੈ। ਹਾਂਜੀ, ਪਾਵਰ ਹੋਣੀ ਲਾਜ਼ਮੀ। ਤੇ ਇਸ ਵੇਲੇ ਤੋਂ ਅੱਲਾ ਦੀ ਜ਼ਿਆਦਾ। ਐਸਾ ਕਿਹੜਾ ਮੈਚ ਜਿਹੜਾ ਤੁਹਾਨੂੰ ਅਜੇ ਵੀ ਯਾਦ ਹੈ ਕਿ ਜਿੱਥੇ ਤੁਸੀਂ ਬੜਾ ਕਮਾਲ ਦਾ ਪਰਫਾਰਮ ਕੀਤਾ, ਤੇ ਜਿੱਥੇ ਪੂਰੀ ਦੁਨੀਆ ਨੇ ਇੱਕ ਕਿਸਮ ਦਾ ਮੰਨਿਆ ਕਿ ਭਾਈ ਉਬੈਦੁੱਲਾ ਰਾਜਪੂਤ ਆ ਗਿਆ ਤੇ ਛਾ ਗਿਆ, ਜਾਂ ਜਿਹਦੇ ਵਿੱਚ ਉਬੈਦੁੱਲਾ ਰਾਜਪੂਤ ਸਮਝੇ ਕਿ ਮੇਰੀ ਬਹੁਤ ਹੀ ਆਊਟ ਕਲਾਸ ਕਿਸਮ ਦੀ ਪਰਫਾਰਮੈਂਸ ਸੀ? ਮੈਂ ਫੈਸਲਾਬਾਦ ਜਿਹੜਾ ਸਭ ਤੋਂ ਪਹਿਲਾ ਮੈਚ ਖੇਲਿਆ ਸੀ, ਮੈਨੂੰ ਅੱਲਾਹ ਤਾਲਾ ਨੇ ਉੱਥੇ ਬਹੁਤ ਇੱਜ਼ਤ ਦਿੱਤੀ, ਪਹਿਲਾ ਮੈਚ ਹੀ ਮੇਰਾ। ਅੱਛਾ, ਹਾਂਜੀ, ਉਹ ਕਿਹਦੇ ਨਾਲ ਸੀ, ਕਿਸ ਤਰ੍ਹਾਂ ਸੀ ਉਹ? ਇੱਥੇ ਮਤਲਬ ਨਾ ਹੋਇਆ ਸੀ 62 ਚੱਕ ਜਾਂ 68 ਜਿੱਥੇ ਕਿਤੇ ਪਿੰਡ ਸੀ। ਅੱਛਾ, ਤੇ ਉੱਥੇ ਮੈਂ ਅਜ਼ੀਮ ਚੱਠੇ ਨੂੰ ਫੜਿਆ ਸੀ, ਪਹਿਲਾ ਮੈਚ ਸੀ ਮੇਰਾ। ਅਜ਼ੀਮ ਚੱਠਾ ਮਾਸ਼ਾਅੱਲਾ ਇੰਟਰਨੈਸ਼ਨਲ ਪਲੇਅਰ, ਬੜਾ ਪਲੇਅਰ ਹੈ। ਹਾਂਜੀ, ਉਹਨੂੰ ਮੈਂ 2 ਜੱਫੇ ਲਾਏ ਸੀ, ਉਹਨੇ 2 ਹੀ ਫੜ ਲਿਆ ਸੀ। ਅੱਛਾ, ਛੜਿਆ ਨਹੀਂ ਫਿਰ? ਨਹੀਂ, ਇਸ ਤਰ੍ਹਾਂ ਹੁੰਦਾ ਨਹੀਂ ਛੜਿਆ। ਅੱਛਾ, ਤੇ ਉੱਥੇ ਮਤਲਬ ਪਹਿਲਾ ਮੈਚ ਹੀ ਮੈਨੂੰ ਅੱਲਾਹ ਤਾਲਾ ਨੇ ਮੇਰੀ ਬਾਂਹ ਫੜ ਲਈ, ਤੇ ਮੈਂ ਮਤਲਬ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੁੰਡਾ ਹੈ ਕਬੱਡੀ ਦਾ ਪਲੇਅਰ ਹੈ। ਅੱਛਾ, ਅੱਜ ਵੀ ਕਿਹਾ ਜਾਂਦਾ ਕਿ ਉਬੈਦੁੱਲਾ ਰਾਜਪੂਤ ਦੇ ਕੋਲ ਐਸੀ ਕਿਹੜੀ ਗਿੱਦੜ ਸਿੰਘੀ ਹੈ, ਐਸੀ ਕਿਹੜੀ ਪਾਵਰ ਹੈ, ਐਸੀ ਕਿਹੜੀ ਅੱਲਾ ਦੀ ਇਨਾਇਤ ਹੈ ਕਿ ਤੁਸੀਂ ਕਿਸੇ ਨੂੰ ਫੜਦੇ ਹੋ ਤੇ ਫਿਰ ਛੱਡਦੇ ਨਹੀਂ? ਅੱਛਾ, ਕਿਉਂਕਿ ਦੇਖੋ ਸਾਡੀ ਕਬੱਡੀ 'ਚ ਕਿਸਮ ਦਾ ਬੜਾ ਅਰਸਾ ਹੋ ਗਿਆ, ਕੋਈ ਵੱਡਾ ਕੱਪ ਜਿਵੇਂ ਵਰਲਡ ਕੱਪ ਹੈ ਅਸੀਂ ਨਹੀਂ ਜਿੱਤੇ। ਕਿਆ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਨੂੰ ਕਿਸੇ ਵੱਡੇ ਕੱਪ ਦੇ ਵਿੱਚ ਜਾਂ ਵੱਡੀ ਜਗ੍ਹਾ ਤੇ ਮਿਸਾਲ ਤੌਰ ਤੇ ਪਾਕਿਸਤਾਨੀ ਟੀਮ ਦੀ ਨੁਮਾਇੰਦਗੀ ਦਾ ਮੌਕਾ ਮਿਲਦਾ ਹੈ, ਤੇ ਤੁਸੀਂ ਸਮਝਦੇ ਹੋ ਕਿ ਇਹ ਵੱਡਾ ਕੱਪ ਜਾਂ ਕੋਈ ਵੱਡਾ ਈਵੈਂਟ ਜਿਹੜਾ ਹੈ, ਵੱਡਾ ਇੱਕ ਕਿਸਮ ਦਾ ਇਨਾਮ ਪਾਕਿਸਤਾਨ ਦੇ ਨਾਮ ਲੱਗ ਸਕਦਾ ਹੈ? ਹਾਂਜੀ ਹਾਂਜੀ, ਕਿਉਂ ਨਹੀਂ। ਅਸੀਂ ਵੀ, ਮੈਂ ਮਿਹਨਤ ਵੀ ਇਸ ਵਾਸਤੇ ਕਰਦਾ ਪਿਆ, ਅਗਰ ਸਾਡੇ ਪਾਕਿਸਤਾਨ ਦਾ ਕਿਤੇ ਵਰਲਡ ਕੱਪ ਹੁੰਦਾ ਹੋਵੇ ਤਾਂ ਆਪਾਂ ਉਹਦੇ ਵਿੱਚ ਖੇਡ ਸਕੀਏ ਇਨਸ਼ਾਅੱਲਾ। ਅੱਛਾ, ਹਾਂਜੀ। ਤੁਸੀਂ ਇਹ ਸਾਰੀਆਂ ਚੀਜ਼ਾਂ ਮਿਸਾਲ ਤੌਰ ਤੇ ਨਾਲ ਜ਼ਾਰੀ ਬਾਤ ਹੈ, ਤੁਹਾਡੀ ਇੱਕ ਲਾਈਫ ਸਟਾਈਲ ਵੀ ਆਪਣਾ ਹੈ, ਆਪਣੀ ਜ਼ਾਤੀ ਜ਼ਿੰਦਗੀ ਵੀ ਹੈ, ਲੇਕਿਨ ਇਹ ਫਿਰ ਸਾਰਾ ਜਿਹੜਾ ਟਾਈਮ ਹੈ, ਕਿੰਨੇ ਘੰਟੇ ਤੁਸੀਂ ਆਪਣੀ ਜਿਹੜੀ ਐਕਸਰਸਾਈਜ਼ ਕਿੰਨੇ ਘੰਟੇ ਕਰਦੇ ਹੋ, ਕਿੰਨੀ ਦੇਰ ਇਹ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਕਿ ਵੀ ਇਹਨਾਂ ਆਪਣਾ ਮੁਕਾਮ ਬਰਕਰਾਰ ਰੱਖਣ ਵਾਸਤੇ, ਆਪਣੀ ਤਾਕਤ ਨੂੰ ਇੱਕ ਕਿਸਮ ਦਾ ਪੂਰਾ, ਇਹ ਕਿੰਨਾ ਟਾਈਮ ਲਾਉਂਦੇ ਹੋ ਡੇਲੀ? ਮੈਂ ਗੇਮ 'ਚ ਹੀ ਰਹਿਣਾ। ਅੱਛਾ, ਹਰ ਟਾਈਮ ਮੈਂ ਗੇਮ 'ਚ ਹੀ ਰਹਿਣਾ। ਮੇਰਾ ਖਾਣਾ ਪੀਣਾ, ਮੇਰਾ ਸੋਨਾ, ਮੇਰਾ ਜਿਮ ਜਾਣਾ, ਆना जाना ਸਾਰਾ ਮੇਰਾ ਗੇਮ 'ਚ ਹੀ ਗੁਜ਼ਰਦਾ। ਮੈਂ ਗੇਮ ਤੋਂ ਇਲਾਵਾ ਮੈਨੂੰ ਕੋਈ ਕੰਮ ਨਹੀਂ ਹੈ। ਇੰਨੀ ਲੰਮੀ ਗੇਮ ਕਰਦੇ ਹੋ ਤੁਸੀਂ? ਹਾਂਜੀ। ਇਹਦੇ ਪਿੱਛੇ ਕੀ ਐਸੀ ਕੋਈ ਦੁਆ ਹੈ ਤੁਹਾਡੇ ਨਾਲ? ਸਿਰਫ ਮਾਂ ਦੀ ਦੁਆ ਬਸ। ਅੱਛਾ, ਵਾਲਿदैन ਤੁਹਾਡੇ ਬਸ ਤੁਹਾਨੂੰ ਸਪੋਰਟ ਕੀਤਾ ਫੁੱਲ ਉਹਨਾਂ ਨੇ? ਹਾਂਜੀ ਅਲਹਮਦੁਲਿਲਾ, ਮੇਰੀ ਵਾਲਦਾ ਹੀ ਮੇਰੇ ਕੋਲ ਬਸ। ਵਾਲਿਦ ਸਾਹਿਬ ਨਹੀਂ ਹੈ? ਨਹੀਂ, ਵਾਲਿਦ ਸਾਹਿਬ ਨਹੀਂ, ਮੈਂ ਬਿਲਕੁਲ ਛੋਟਾ ਸਾ 8-9 ਸਾਲ ਦਾ ਸਾਂ ਜਦੋਂ ਵਾਲਿਦ ਸਾਹਿਬ ਫੋਟੋ। ਅੱਛਾ, ਹਾਂਜੀ। ਤੇ ਬਚਪਨ ਤੋਂ ਲੈ ਕੇ ਕਿਸਮ ਦਾ ਤੁਸੀਂ ਪਲੇ ਬੜੇ, ਸਾਰੀ ਬਾਤ ਹੈ, ਤੇ ਵਾਲਦਾ ਨਹੀਂ ਫਿਰ ਤੁਹਾਨੂੰ? ਹਾਂਜੀ ਹਾਂਜੀ, ਮੈਨੂੰ ਮੇਰੀ ਤਾਂ ਫੈਮਿਲੀ ਨੂੰ ਪਤਾ ਹੀ ਨਹੀਂ ਮਤਲਬ ਨਾ ਗੇਮ ਦਾ, ਕਬੱਡੀ ਦਾ। 5 ਭਾਈ, ਛੋਟਾ ਸਾਰਿਆਂ ਤੋਂ ਮੈਂ।
ਤੇ ਫੈਮਿਲੀ ਤੋਂ ਹਟ ਕੇ ਖਾਨਦਾਨ ਨਹੀਂ ਪਤਾ ਸਪੋਰਟ ਦਾ ਗੇਮ ਦਾ। ਹੁਣ ਮੇਰੇ ਭਰਾਵਾਂ ਨੂੰ ਆ ਕੇ ਪਤਾ ਲੱਗਿਆ, ਪਰ ਮੈਂ ਉਹਨਾਂ ਦਾ ਇਤਰਾਜ਼ ਨਹੀਂ ਕਰਦਾ ਕਿ ਉਹਨਾਂ ਨੂੰ ਪਤਾ ਨਹੀਂ ਸੀ। ਮੈਨੂੰ ਸਪੋਰਟ ਕੀਤੀ ਉਸਤਾਦ ਸਮਾਨ ਨੇ ਕੀਤੀ, ਫਿਰ ਮੈਨੂੰ ਮਤਲਬ ਉਸਤਾਦ ਸਮਾਨ ਨੇ ਉਸਤਾਦ ਸ਼ਬਾਜ਼ ਨੂੰ ਭੇਜਤਾ, ਫਿਰ ਉਸਤਾਦ ਸ਼ਬਾਜ਼ ਕੀਤੀ। ਇਸ ਤਰ੍ਹਾਂ ਫਿਰ ਅੱਲਾਹ ਤਾਲਾ ਨੇ ਮੈਂ ਮਤਲਬ ਅੱਲਾਹ ਦਾ ਸ਼ੁਕਰ ਹੈ ਮੈਂ ਨੀਅਤ ਸਾਫ਼ ਹੋਏ ਨਾ ਬੰਦੇ ਦੀ। ਜੀ ਤੁਹਾਡਾ ਸ਼ਾਦੀशुदा ਤੁਸੀਂ? ਹਾਂਜੀ ਅਲਹਮਦੁਲਿਲਾ। ਮੈਂ ਫੈਸਲਾਬਾਦ ਜਦੋਂ ਮੈਂ ਆਇਆ ਕਬੱਡੀ 'ਚ ਤੇ ਅੰਮੀ ਮੇਰੇ ਨਾਲ ਹੀ ਆ ਗਈ ਸੀ। ਉਹਦੀ ਵਜ੍ਹਾ ਹੈ ਕਿ ਮੇਰੀ ਖੁਰਾਕ ਬਹੁਤ ਹੁੰਦੀ ਸੀ, ਮੈਂ ਖਾਂਦਾ ਬਹੁਤ ਸੀ ਤੇ ਮੇਰੀ ਵਾਲਦਾ ਸਾਹਿਬ ਕਹਿੰਦੇ ਸੀ ਕਿ ਮੇਰਾ ਪੁੱਤ ਨੇ ਪਤਾ ਨਹੀਂ ਕਿੱਥੋਂ ਖਾਣੀ ਹੈ, ਕੁਝ ਖਾਦਾ ਕਿ ਨਹੀਂ ਖਾਦਾ। ਤੇ ਉਹ ਫਿਰ ਮੇਰੀ ਵਾਲਦਾ 4 ਪੁੱਤਰਾਂ ਛੱਡ ਕੇ ਮੇਰੇ ਕੋਲ ਇਕੱਲੇ ਆ ਗਏ। ਅੱਛਾ। ਤੇ ਇੰਨਾ ਪਿਆਰ ਕਰਦੇ ਸੀ? ਹਾਂਜੀ ਅਲਹਮਦੁਲਿਲਾ, ਹੁਣ ਮੇਰੇ ਕੋਲ ਹੀ ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ ਹੈ। ਤੇ ਫਿਰ ਮੈਂ ਮੈਚ ਤੇ ਜਾਂਦਾ ਸਾਂ, ਲੇਟ ਆਉਣਾ ਸਾਂ ਤੇ ਅੰਮੀ ਪਿੱਛੇ ਇਕੱਲੇ ਘਰ ਇਕੱਲੇ ਹੁੰਦੇ ਸੀ। ਫਿਰ ਮੇਰੀ ਅੰਮੀ ਨੇ ਮਾਂ ਮੇਰੀ ਨੇ ਕਿਹਾ ਸ਼ਾਦੀ ਕਰ ਦੇ, ਮੈਂ ਕਰ ਦੋ। ਸ਼ਾਦੀ ਮੁਹੱਬਤ ਨਾਲ ਹੋਈ ਜਾਂ ਮੁਹੱਬਤ ਹੀ ਹੋਈ ਜ਼ਿੰਦਗੀ 'ਚ ਕਿ ਨਹੀਂ? ਮੁਹੱਬਤ ਮੁਹੱਬਤ ਦੇ ਸਵਾਲ ਤੋਂ ਮੁਹੱਬਤ ਹੋਈ ਮੈਨੂੰ ਗੇਮ ਨਾਲ ਬਸ। अच्छा अच्छा, दूसरी मोहब्बत दसना नहीं चाहते, ठीक है। क्या हासिल नहीं हुई या तुसी हासिल करने की कोशिश नहीं की थी? नहीं मैंने गेम तो अलावा कोई काम नहीं, मैंने बस गेम ही। ते शादी ਜਿਹੜੀ ਸੀ ਪਸੰਦ ਨਾਲ ਹੋਈ ਜਾਂ ਅਰੇਂਜ ਮੈਰਿਜ ਹੋਈ ਤੁਹਾਡੀ? मेरी वालदा साहब ने की मेरी शादी। अच्छा, वालदा ने की। ਬੱਚੇ ਵੀ ਨਹੀਂ ਤੁਹਾਡੇ? नहीं जी नहीं। अच्छा, ਬੱਚੇ ਹੋਣ ਤੇ ਕੀ ਬਣਾਉਣਾ ਚਾਹੋਗੇ ਉਹਨਾਂ ਨੂੰ ਵੀ ਕਬੱਡੀ ਦਾ ਸਟਾਰ ਬਣਾਉਣਾ ਚਾਹੋਗੇ ਜਾਂ ਉਹਨਾਂ ਨੂੰ ਕਿਸੇ ਹੋਰ ਫੀਲਡ ਵਿੱਚ? ਉੱਤੇ ਦੇਖਾਂਗੇ ਇਨਸ਼ਾਅੱਲਾ ਤਾਲਾ। ਬਿਹਤਰ ਹੀ ਵਾਲਦਾ ਤਾਂ ਸਾਰੀ ਗੱਲ ਹੈ, ਫਿਰ ਮਾਂ ਪਿਓ ਬਿਹਤਰ ਹੀ ਸੋਚਦੇ ਹਾਲਾਤ ਵਾਸਤੇ, ਬਿਹਤਰ ਹੀ ਕਰਾਂਗੇ ਇਨਸ਼ਾਅੱਲਾ ਤਾਲਾ। ਖੁਸ਼ਬੂ ਕਿਹੜੀ ਲਗਾਉਂਦੇ ਹੋ? ਜਿਹੜੀ ਮਿਲ ਜਾਵੇ, ਜਿਹੜੀ ਲੱਭ ਜਾਏ। ਤੇ ਖੁਰਾਕ ਵਿੱਚ ਸਭ ਤੋਂ ਜ਼ਿਆਦਾ ਖਾਣਾ ਕਿਹੜਾ ਪਸੰਦ ਹੈ ਤੁਹਾਨੂੰ? ਮੀਟ, ਬੱਕਰਾ ਹੀ ਕੱਟਾ ਹੀ। ਹਾਂਜੀ ਬਸ। ਹਾਂਜੀ, ਮੈਂ ਮਤਲਬ ਨਾ ਰੂਟੀਨ ਨਾ ਖਾਣਾ। ਕਿੰਨਾ ਡੇਲੀ ਟਾਈਮ ਟੇਬਲ ਰੱਖਿਆ ਨਾ ਮੈਂ? ਡੇਲੀ ਕਿੰਨਾ ਖਾਣਾ? ਮੈਂ ਗੇਮ ਦਾ ਵੀ ਟਾਈਮ ਰੱਖਿਆ ਵੇ, ਮੈਂ ਖਾਣ ਪੀਣ ਦਾ ਵੀ ਟਾਈਮ ਰੱਖਿਆ। ਮਤਲਬ ਮੈਂ ਰਹਿੰਦਾ ਗੇਮ 'ਚ ਹੀ ਆ 24 ਘੰਟੇ। ਮੇਰਾ ਖਾਣਾ ਪੀਣਾ ਵੀ ਗੇਮ ਦਾ ਹਿੱਸਾ ਹੀ ਹੈ। ਅਗਰ ਮੈਂ ਮਿਹਨਤ ਮਾਰ ਕੇ ਆਇਆ, ਮੈਂ ਫਿਰ ਟਾਈਮ ਦੇ ਨਾਲ ਖਾਣਾ ਖਾਣਾ, ਟਾਈਮ ਨਾਲ ਗੇਮ ਕਰਨ ਜਾਣਾ, ਮਤਲਬ ਟਾਈਮ ਨਾਲ ਸੋਣਾ। ਕਿੰਨਾ ਗੋਸ਼ਤ ਤੁਸੀਂ ਡੇਲੀ ਬੇਸਿਸ ਤੇ ਤਕਰੀਬਨ ਖਾ ਲੈਂਦੇ ਹੋ? ਮੈਂ ਤਕਰੀਬਨ 15 ਦਿਨ ਬੱਕਰਾ ਖਾਂਦਾ ਜੀ, 10-15 ਦਿਨ ਮੈਂ ਕੱਟਾ ਖਾਂਦਾ ਜੀ। ਇਸ ਤਰ੍ਹਾਂ ਮਤਲਬ ਰੈਗੂਲਰ ਇੱਕ ਚੀਜ਼ ਨਹੀਂ ਖਾਂਦਾ। ਉਹ ਗਰਮ ਹੁੰਦੀ ਹੈ ਨਾ, ਫਿਰ ਮਤਲਬ ਨੁਕਸਾਨ ਹੁੰਦਾ ਬਾਡੀ ਨੂੰ। ਅੱਛਾ। ਤੇ ਸਟੇ ਕਰ ਕਰਕੇ ਗੇਮ ਵੀ ਬਦਲਣਾ ਨਾ, ਗੇਮ ਵੀ ਸੇਮ ਇੱਕ ਦਿਨ 'ਚ ਮਤਲਬ ਰੂਟੀਨ ਇੱਕ ਗੇਮ ਨਹੀਂ ਲਾਂਦਾ ਮੈਂ। 10 ਦਿਨ ਜਿਮ ਲਾ ਲਈ, ਫਿਰ 10 ਦਿਨ ਚੰਗੀ ਗਰਾਊਂਡ ਦੀ ਗੇਮ ਲਾ ਲਈ, 10 ਦਿਨ ਜਿਮ ਲਾ ਲਈ ਚੰਗੀ, 10 ਦਿਨ ਗਰਾਊਂਡ ਦੀ ਗੇਮ ਚੰਗੀ ਲਾ ਲਈ। ਰੂਟੀਨ ਨਾਲ ਤੇ ਕੁਛ ਕੀ ਸੁਜੈਸਟ ਕਰਦੇ ਹੋ ਨੌਜਵਾਨਾਂ ਵਾਸਤੇ ਕਿ ਜਿਹੜੇ ਮਿਸਾਲ ਤੌਰ ਤੇ ਚਾਹੁੰਦੇ ਨੇ ਕਿ ਜਿਹੜੇ ਕਬੱਡੀ ਦੇ ਵਿੱਚ ਜਾਂ ਕਿਸੇ ਵੀ ਗੇਮ ਦੇ ਵਿੱਚ ਆਪਣਾ ਨਾਮ ਬਣਾਉਣ, ਤੇ ਜਿੰਨੀ ਤੁਸੀਂ ਹੈਕਟਿਕ ਦੱਸ ਰਹੇ ਹੋ ਕਿ ਕਿਆ ਇਹ ਪੋਸੀਬਲ ਹੈ ਅੱਜ ਕੱਲ੍ਹ ਦੇ ਯੂਥ ਯੰਗ ਨੌਜਵਾਨਾਂ ਵਾਸਤੇ? ਬਿਲਕੁਲ ਲੱਗੇ ਰਹੋ, ਕਿਤੇ ਨਾ ਕਿਤੇ ਆੜ ਹੀ ਜਾਓਗੇ। ਮੈਂ ਵੀ ਲੱਗਾ ਹੀ ਰਿਹਾ ਭਾਜੀ, ਮੈਂ ਕਿਸੇ ਤੇ ਆਸ ਉਮੀਦ ਨਹੀਂ ਲਾਈ। ਮੇਰੀ ਮਾਂ ਹੀ ਮੇਰੇ ਨਾਲ ਖਲੋਤੀ। ਚੰਗਾ ਟਾਈਮ ਹੈ, ਮੰਦਾ ਟਾਈਮ ਹੈ, ਮੇਰੀ ਮਾਂ ਹੀ ਮੇਰੇ ਨਾਲ ਖਲੋਤੀ ਰਹੀ। ਬਾਕੀ ਤੁਸੀਂ ਲੱਗੇ ਰਹੋ, ਤੁਹਾਡੇ ਨਾਲ ਸਾਰੇ। ਕੋਈ ਐਸਾ ਮੰਦਾ ਟਾਈਮ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੋਵੇ, ਭੁੱਲਿਆ ਨਾ ਹੋਵੇ? ਕੋਈ ਨਹੀਂ, ਮੈਂ ਤੰਗ ਨਹੀਂ ਹੋਇਆ ਜ਼ਿਆਦਾ, ਮੇਰੀ ਮਾਂ ਮੇਰੇ ਨਾਲ। ਕਦੀ ਮਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ? ਨਹੀਂ ਹੁੰਦਾ ਅਲਹਮਦੁਲਿਲਾ, अल्लाह का शुक्र नहीं होता। कोई ऐसा अच्छा टाइम जो तुम आज भी याद हो कि यार मेरी जिंदगी का यादगार वक्त? यादगार वक्त बुरा टाइम नहीं आया मेरे ते अल्हम्दुलिल्लाह, अल्लाह दा शुक्र है। अच्छा वक्त केड़ा यार? अच्छा केड़ा वाकया तुहानू याद कोई जिंदगी दा ऐसा अच्छा वाकया जो तुसीं समझ लो कि मैं परफॉर्म कर रहा सी, या तुहानू कोई कप या तुहानू कोई इनाम मिलिया या कोई तुहानू ऐसी चीज मिली, कोई अचीवमेंट? अच्छा टाइम मेरा उदों शुरू हो गया जब मैं अपनी मेहनत दे पैसे कमा के अपनी मां देन लग पिया। प्राउड मोमेंट से तो बहुत ज्यादा कि अल्हम्दुलिल्लाह। मां दा ख्वाब जो तुसीं पूरा कीता, मां दे की तासरात सन? 18 साल तो साढ़े को अपना घर नहीं है हजे तक, 17-18 साल तो। ते हुण मैं अपने भाइयों ने भी जगह लैती है अल्हम्दुलिल्लाह, चारां माशाअल्लाह आप भी लई है। मां मेरी खुश है, हुण मैं घर बना के देना है, मैं अपनी मां वास्ते सारा कुछ करदा पे, मेरी मां खुश होंदी जिस काम च मेरी मां। 18 साल तो करनी सी? 17-18 साल तो नहीं है अपना। ਹੁਣ ਇਹ ਪਿਛਲੇ ਸਾਲ ਮੈਂ ਕੈਨੇਡਾ ਗਿਆ ਤਾਂ ਉੱਥੋਂ ਆ ਕੇ ਫਿਰ ਮੈਂ ਚਾਰਾਂ ਭਾਈਆਂ ਲੈ ਕੇ ਜਗ੍ਹਾ ਲੈ ਕੇ ਦਿੱਤੀ ਆਪਣੇ ਵਾਸਤੇ ਲਈ ਅਲਹਮਦੁਲਿਲਾ। ਹੁਣ ਮੈਂ ਉਹਨਾਂ ਵਾਸਤੇ ਕਰਦਾ ਪਿਆ ਸਾਰਾ, ਆਪਣਾ ਫੈਮਿਲੀ ਵਾਸਤੇ ਕਰਦਾ ਪਿਆ। ਉਹਨਾਂ ਦੀ ਦੁਆਵਾਂ ਤੇ ਮੈਂ ਅੱਜ ਅਲਹਮਦੁਲਿਲਾ ਇੱਥੇ। ਅਬੈਦੁੱਲਾ ਰਾਜਪੂਤ ਸਾਹਿਬ, ਤੁਸੀਂ ਬਹੁਤ ਟੱਚੀ ਆਦਮੀ ਹੋ, ਬਹੁਤ ਹੀ ਜ਼ਿਆਦਾ ਸੈਂਸਿਟਿਵ ਹੋ। ਮਿਊਜ਼ਿਕ ਵੀ ਪਸੰਦ ਕਰਦੇ ਹੋ ਤੁਸੀਂ? ਨਹੀਂ, ਕੋਈ ਖਾਸ ਨਹੀਂ। ਅੱਛਾ, ਬਹੁਤ ਸਾਰੇ ਸਟਾਰ ਜਿਹੜੇ ਨੇ ਮਿਸਾਲ ਤੌਰ ਤੇ ਤੁਹਾਡੇ ਵਰਗਾ ਨਾਮ ਫੇਮ ਬਣ ਜਾਵੇ ਤਾਂ ਉਹਨਾਂ ਦੇ ਬੜੇ ਦਿਮਾਗ ਬੜੇ ਖਰਾਬ ਹੋ ਜਾਂਦੇ ਨੇ। ਬੜਾ ਕਿਆ ਅਬੈਦੁੱਲਾ ਰਾਜਪੂਤ ਅੱਗੇ ਜਾ ਕੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਤੁਸੀਂ ਮਿਲਦੇ ਹੋ, ਹਮ ਬੜੇ ਹੰਬਲ ਤਰੀਕੇ ਨਾਲ, ਬੜੇ ਪੋਲਾਈਟ ਤਰੀਕੇ ਨਾਲ,
क्या अबैदुल्ला राजपूत हमेशा इस तरह ही रहेगा या अबैदुल्ला राजपूत बदल जाएगा? ਭਾਜੀ ਗੇਮ ਬੰਦੇ ਕੋ ਸੇਮ ਨਹੀਂ ਰਹਿੰਦੀ ਹੈ, ਕੁਛ ਟਾਈਮ ਆਉਂਦੀ ਹੈ ਬੰਦਾ ਵਧੀਆ ਗੁਜ਼ਾਰ ਲੈ ਤੇ ਅੱਛੀ ਗੱਲ ਹੈ। ਸਾਡੇ ਪਾਕਿਸਤਾਨ ਦੇ ਕਈ ਵੱਡੇ ਤੋਂ ਵੱਡੇ ਪਲੇਅਰ ਗੇਮ ਖਤਮ ਹੋ ਗਈ, ਚਲੋ ਨਾਮ ਹੈ ਵੇ ਮਾਸ਼ਾਅੱਲਾ ਇੱਜ਼ਤ ਆਵਾਮ ਕਰਦੀ ਹੈ, ਪਰ ਗੇਮ ਨਹੀਂ ਹੈ। ਗੇਮ ਸਦਾ ਨਹੀਂ ਰਹਿੰਦੀ ਹੈ, 10-15 ਸਾਲ ਜਿਹੜਾ ਜਿੰਨਾ ਮਰਜ਼ੀ ਭੱਜ ਰਵਾਏ ਤੇ ਵਧੀਆ ਗੱਲ ਹੈ, ਬੰਦਾ ਸਕੂਨ ਨਾਲ ਗੁਜ਼ਾਰ ਲੈ। ਮੈਂ ਤੇ ਆਪਣੇ ਹਲਾਕਾ ਕਿ ਮੈਨੂੰ ਦੱਸਿਆ ਨਹੀਂ ਗਿਆ ਨਾ ਕਿਸੇ ਕੋ, ਮੈਂ ਪੁੱਛਿਆ ਵੀ ਮਤਲਬ ਕਿੱਦਾਂ ਕਿੱਦਾਂ ਕੀ ਹੁੰਦਾ, ਮੈਂ ਵੇਖ ਵੇਖ ਕੇ ਨੋਟ ਕਰਦਾ ਰਿਹਾ ਵੱਡੇ ਪਲੇਅਰਾਂ ਦੀ ਗੱਲਾਂ, ਵੱਡੇ ਪਲੇਅਰਾਂ ਦੇ ਕੰਮ ਕਿ ਅੱਜ ਕੌਣ ਵਧੀਆ ਜਾਂਦਾ ਪਿਆ, ਪਿੱਛੇ ਕਿਹੜਾ ਵਧੀਆ ਚੱਲ ਗਿਆ ਤੇ ਅੱਜ ਉਹਦੇ ਨਾਲ ਕੀ ਹੁੰਦਾ ਪਿਆ, ਸਾਰਾ ਕੁਝ ਵੇਖ ਕੇ ਮੈਂ ਟਾਈਮ ਗੁਜ਼ਾਰਦਾ। ਅਬੈਦੁल्ला ਰਾਜਪੂਤ ਸਾਹਿਬ, ਤੁਸੀਂ ਇੱਕ ਯਕੀਨਨ ਇੱਕ ਬੜੇ ਰਾਈਜ਼ਿੰਗ ਸਟਾਰ ਦੇ ਸਫ਼ਰ ਦੀ ਤਰਫ ਗਾਮਜ਼ਨ ਹੋ। ਤੁਹਾਨੂੰ ਕੀ ਐਸਾ ਫੀਲ ਹੋਇਆ ਕਿ ਸਾਡੀ ਪਾਕਿਸਤਾਨ ਦੀ ਕਬੱਡੀ ਦੀ ਇੰਡਸਟਰੀ ਦੇ ਵਿੱਚ ਕੋਈ ਜੈਲਸੀ ਜਾਂ ਲੈਗ ਪੁਲਿੰਗ ਜਾਂ ਕਿਸਮ ਦਾ ਕਿਸੇ ਨੂੰ ਪਿੱਛੇ ਕਰਕੇ ਅੱਗੇ ਜਾਣ ਵਾਲਾ ਕੋਈ ਐਸਾ ਸੀਨ ਮਿਲਿਆ ਤੁਹਾਨੂੰ? ਮੈਂ ਭਾਜੀ ਖਿਆਲ ਨਹੀਂ ਕਰਦਾ, ਮੇਰੇ ਨਾਲ ਕੋਈ ਅਗਰ ਮਾੜਾ ਵੀ ਕਰਦਾ ਮੈਂ ਭੁੱਲ ਜਾਣਾ ਬਹੁਤ ਜਲਦੀ। ਅੱਛਾ, ਵਧੀਆ ਕਰਨ ਤਾਂ ਫਿਰ ਤੁਹਾਨੂੰ ਪਤਾ ਬੰਦਾ ਯਾਦ ਹੀ ਰਹਿੰਦਾ, ਕੋਈ ਚੰਗਾ ਕਿਸੇ ਨੇ ਚੰਗੇ ਨਾਲ ਕੀਤਾ ਉਹ ਤਾਂ ਨਹੀਂ ਬੰਦਾ ਭੁੱਲਦਾ। ਭੁੱਲਦਾ ਤੇ ਮਾੜਾ ਵੀ ਨਹੀਂ, ਮੈਂ ਕਦੀ ਗੌਰ ਨਹੀਂ ਕੀਤਾ, ਮੈਨੂੰ ਗੇਮ ਤੋਂ ਇਲਾਵਾ ਕੁਝ ਵੀ ਨਹੀਂ ਹੈ ਭਾਈ, ਨਾ ਮੈਂ ਕਦੀ ਕੋਸ਼ਿਸ਼ ਕੀਤੀ ਗਿਆ ਮਤਲਬ ਮੈਂ ਕਿਦਾਂ ਕਰਦਾ। ਕਦੇ ਐਸਾ ਮੌਕਾ ਆਇਆ ਤੁਸੀਂ ਸਮਝੋਗੇ ਕਿ ਯਾਰ ਇਸ ਕੱਪ 'ਚ ਜਾਂ ਇਸ ਇਵੈਂਟ 'ਚ ਮੈਨੂੰ ਜਾਣਾ ਚਾਹੀਦਾ ਸੀ ਤੇ ਤੁਹਾਡਾ ਨਾਮ ਡ੍ਰੌਪ ਕਰ ਦਿੱਤਾ ਗਿਆ? ਭਾਜੀ ਤੁਸੀਂ ਤਗੜੇ ਹੋ ਤੇ ਸਾਰੇ ਤੁਹਾਨੂੰ ਜੀ ਕਰਾਂਗੇ ਤੇ ਸਾਰੇ ਤੁਹਾਨੂੰ ਸਭ ਤੋਂ ਅੱਗੇ ਰੱਖਾਂਗੇ। ਅਗਰ ਤੁਹਾਨੂੰ ਗੱਲਾਂ ਜਦੋਂ ਹੋਣ ਲੱਗ ਪਈਆਂ ਨਾ ਸਮਝ ਲਓ ਤੁਹਾਡੀ ਗੇਮ 'ਚ ਫਰਕ ਪੈ ਗਿਆ। ਜਦੋਂ ਤੁਹਾਨੂੰ ਗੱਲਾਂ ਨਹੀਂ ਨਾ ਹੋਣੀਆਂ ਉਦੋਂ ਤੁਹਾਡੀ ਗੇਮ ਤਗੜੀ ਭਾਜੀ। ਤੇ ਤਗੜੀ ਗੇਮ ਵਾਸਤੇ ਕਿੰਨੇ ਘੰਟੇ ਡੀ ਭਾਜੀ ਗੇਮ 'ਚ ਹੀ ਰਹਿਣਾ ਪੈਂਦਾ, ਗੇਮ 'ਚ ਹੀ ਰਹਿਣਾ ਪੈਂਦਾ ਤਗੜੇ ਹੋਣ ਵਾਸਤੇ। ਮੈਂ 3 ਸਾਲ 'ਚ ਮੈਂ 4 ਸਾਲ 'ਚ ਕਬੱਡੀ 'ਚ ਆਇਆ, ਮੈਂ ਬਹੁਤ ਲੋਇਆ ਪੰਨਿਆ, ਬਹੁਤ ਜਿਮ ਕੀਤੀ ਭਾਜੀ, ਕਿਸੇ ਨੂੰ ਪਤਾ ਹੀ ਨਹੀਂ ਸੀ ਹੈ, ਕਿਸੇ ਨੂੰ ਹੀ ਨਹੀਂ ਪਤਾ ਹੈ। ਮੈਂ ਆਪਣੀ ਇੰਜਰੀਆਂ ਵੀ ਕਰਵਾਈਆਂ ਜਿਮ ਦੇ ਵਿੱਚ, ਜਿਮ 'ਚ ਇੰਜਰੀ ਨਹੀਂ ਹੁੰਦੀ। ਮੈਂ ਇੰਨਾ ਨਾ ਵੇਟ ਚੁੱਕਿਆ ਕਿ ਮੇਰਾ ਖਿਆਲ ਹੈ ਅਲਹਮਦੁਲਿਲਾ ਅੱਲਾ ਦੀ ਜ਼ਿਆਦਾ ਲੱਖ ਸ਼ੁਕਰ ਹੈ ਕਿ ਕੋਡੀ ਵਾਲਾ ਪਲੇਅਰ ਇੰਨਾ ਵੇਟ ਨਹੀਂ ਲਾਂਦਾ ਕਬੱਡੀ ਵਾਲਾ ਪਲੇਅਰ ਜਿੰਨਾ ਮੈਂ ਲਾ ਛੜਿਆ। ਕੀ ਵਜ੍ਹਾ ਕੀ ਸੀ, ਜਨੂਨ ਕੀ ਸੀ ਇਹਦੇ ਪਿੱਛੇ ਕਿ ਮੈਂ ਵੱਡਾ ਸਟਾਰ ਬਣਨਾ ਜਾਂ ਵੱਡਾ ਕਿਸਮ ਦਾ ਪਲੇਅਰ ਵੱਡਾ ਬਣਨਾ? ਮੈਨੂੰ ਨਹੀਂ ਸੀ ਪਤਾ ਹੈ ਕਿ ਮੈਂ ਇੱਥੇ ਤੱਕ ਆ ਜਾਣਾ, ਪਰ ਮੇਰਾ ਸ਼ੌਕ ਸੀ ਕਿ ਜਿਮ 'ਚ ਜਿਹੜਾ ਸਭ ਤੋਂ ਹੈਵੀ weight ਪਿਆ ਨਾ ਉਹਨੂੰ ਚੁੱਕਣ ਦਾ। ਅਗਰ ਮੈਂ ਉੱਥੇ ਤੱਕ ਜਦੋਂ ਪਹੁੰਚ ਗਿਆ ਵਾਂ ਤੇ ਮੈਨੂੰ ਨਹੀਂ ਪਤਾ ਲੱਗਾ ਮੇਰੇ 'ਚ ਇੰਨੀ ਪਾਵਰ ਆ ਗਈ ਜਾਂ ਇੰਨਾ, ਪਰ ਮੈਂ ਵਧੀਆ ਤੋਂ ਵਧੀਆ ਮਤਲਬ ਪਾਵਰ ਕਰਦਾ ਗੇਮ ਕਰਦਾ ਰਿਹਾ, ਗੇਮ 'ਚ ਰਿਹਾ ਵਾਂ। ਅੱਛਾ, ਬਹੁਤ ਸਾਰੇ ਲੋਕ ਕਬੱਡੀ ਜਾਣਾ ਵੀ ਚਾਹੁੰਦੇ ਨੇ, ਸਾਡੇ ਖਾਸ ਤੌਰ ਤੇ ਦਿਹਾਤਾਂ ਦੇ ਵਿੱਚ ਅਜੇ ਵੀ ਬਹੁਤ ਜ਼ਿਆਦਾ। ਕਿਆ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਜੋ ਮਰੀਮ ਨਵਾਜ਼ ਇਸ ਟਾਈਮ ਹਕੂਮਤ ਕਰ ਰਹੀ ਹੈ, ਤੁਸੀਂ ਸਮਝਦੇ ਹੋ ਕਿ ਕੋਈ ਇਸ ਤਰ੍ਹਾਂ ਦੀ IPL ਟਾਈਪ ਜਿਸ ਤਰ੍ਹਾਂ PSL ਟਾਈਪ ਕੋਈ ਕਬੱਡੀ ਦੀ ਵੀ ਐਸੀ ਕੋਈ ਸੀਰੀਜ਼ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਮਿਸਾਲ ਤੌਰ ਤੇ ਨਵਾਂ ਤੋਂ ਨਵਾਂ ਟੈਲੈਂਟ ਵੀ ਆਵੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਵੀ ਕਿਸਮ ਦਾ ਇਸ ਤਰ੍ਹਾਂ ਦਾ ਸਮਝਦੇ ਨਹੀਂ ਕਿ ਹੋਣਾ ਚਾਹੀਦਾ ਪਾਕਿਸਤਾਨ ਜਾਂ ਪੰਜਾਬ ਵਿੱਚ? ਹੋਣਾ ਚਾਹੀਦਾ ਭਾਜੀ, ਬਿਲਕੁਲ ਹੋਣਾ ਚਾਹੀਦਾ, ਸਪੋਰਟ ਕਰਨੀ ਚਾਹੀਦੀ ਕਬੱਡੀ ਨੂੰ। ਤੇ ਬਰਲ ਬੰਦੇ ਦੀ ਗੇਮ ਅੱਛੀ ਹੋਏ ਤੁਹਾਨੂੰ ਸਪੋਰਟ ਹੁੰਦੀ ਬੇਸ਼ੱਕ ਗੇਮ ਕੋਡੀ ਸਭ ਤੋਂ ਥੱਲੇ, ਬੰਦੇ ਦਾ ਗੇਮ ਅੱਛੀ ਨਾ ਤੁਹਾਨੂੰ ਹਰ ਸ਼ੈ ਮਿਲੇਗੀ ਭਾਜੀ। ਗੇਮ ਅੱਛੀ ਕਰਨ ਵਾਸਤੇ ਮਿਹਨਤ ਲਾਣੀ ਪੈਂਦੀ, ਛੱਡਣਾ। ਮੈਂ 3-4 ਸਾਲ ਆਪਣੇ ਖਾਨਦਾਨ ਪਤਾ ਹੀ ਨਹੀਂ ਮੈਨੂੰ ਕਿਸੇ ਨਾ, ਮੈਂ ਕਦੀ ਕਿਤੇ ਗਿਆ ਹਜੇ ਤੱਕ ਵੀ ਭਾਜੀ। ਮਾੜੇ ਟਾਈਮ ਮੈਂ ਜਾਣਾ ਸ਼ਾਦੀ, ਚਲੋ ਜੋ ਉਹ ਤੁਹਾਨੂੰ ਪਤਾ ਹੀ ਹੈ ਫਿਰ ਇੰਨਾ ਕਿਤੇ ਹੁੰਦਾ ਹੀ, ਮਤਲਬ ਇਦਾਂ ਨਹੀਂ ਕਿ ਮੈਂ ਅੱਜ ਫਿਰਨ ਚੱਲਾਂ ਵਾਂ ਜਾਂ ਅੱਜ ਮੈਂ ਕਿਤੇ ਰਹਿਣ ਚੱਲਾਂ ਵਾਂ, ਕਦੀ ਨਹੀਂ। ਮੈਂ ਆਪਣੀ ਗੇਮ 'ਚ ਹੀ ਭੱਜ ਰਿਹਾ, ਛੱਡਣਾ ਪੈਂਦਾ ਸਾਰਾ ਕੁਝ ਕਾਮਯਾਬ ਹੋਣ ਵਾਸਤੇ। ਬੀਵੀ ਨਾਰਾਜ਼ ਨਹੀਂ ਹੁੰਦੀ ਫਿਰ ਤੁਸੀਂ ਹਰ ਟਾਈਮ ਹੀ ਤੁਸੀਂ ਇੱਧਰ ਗੇਮ ਵੱਲ ਜਾ ਰਹੇ ਹੋ? ਕੋਈ ਟਾਈਮ ਫੈਮਿਲੀ ਨੂੰ ਵੀ ਮਿਸਾਲ ਤੌਰ ਤੇ ਕਿਆ ਕਦੇ ਐਸਾ ਮੌਕਾ, ਲੜਾਈ ਦਾ ਮੌਕਾ? ਨਹੀਂ ਅਲਹਮਦੁਲਿਲਾ ਦਾ ਸ਼ੁਕਰ ਹੈ ਅੱਜ ਤੱਕ ਨਹੀਂ ਭਾਜੀ। ਕੰਪਰੋਮਾਈਜ਼ ਵੀ? ਹਾਂਜੀ ਅਲਹਮਦੁਲਿਲਾ ਅੱਲਾ ਦੀ ਜ਼ਿਆਦਾ ਸ਼ੁਕਰ, ਸਾਥ ਦਿੱਤਾ ਉਹਨੇ ਤੁਹਾਡਾ? ਹਾਂਜੀ ਅਲਹਮਦੁਲਿਲਾ ਭਾਜੀ। ਕਿੰਨਾ ਅਰਸਾ ਹੋ ਗਿਆ ਸ਼ਾਦੀ ਨੂੰ? ਸਾਲ ਹੋ ਗਿਆ। ਅੱਛਾ, ਸਾਲ ਹੋ ਗਿਆ ਤੁਹਾਡੀ ਸ਼ਾਦੀ ਨੂੰ, ਇਹਦਾ ਮਤਲਬ ਹੈ ਕਿ ਤੁਸੀਂ ਅਜੇ ਤੱਕ ਕਿਸਮ ਦਾ ਬਿਲਕੁਲ ਨਿਊਲੀ ਮੈਰਿਡ ਹੋ। ਹਾਂਜੀ, ਲੇਕਿਨ ਤੁਹਾਨੂੰ ਘਰੋਂ ਤੰਗੀ ਕੋਈ ਨਹੀਂ ਕਿਸੇ ਨਹੀਂ, ਕੋਈ ਨਹੀਂ ਅਲਹਮਦੁਲਿਲਾ ਤੰਗੀ ਕੋਈ ਨਹੀਂ। ਮੈਂ ਸ਼ਾਦੀ ਤੋਂ ਬਾਅਦ ਹੀ ਮੈਂ ਪਾਕਿਸਤਾਨ ਤੋਂ ਬਾਹਰ ਗੇਮ ਕਰਾਂਗਾ। ਅੱਛਾ, ਹੁਣ ਅਗਲਾ ਤੁਹਾਡਾ ਕੀ ਪਲਾਨ ਹੈ? ਤੁਸੀਂ ਕਿਹੜੇ ਮੁਲਕ ਜਾ ਰਹੇ ਹੋ ਛੇਤੀ, ਜਾਂ ਕਿਹੜੀ ਜਗ੍ਹਾ ਤੇ ਤੁਸੀਂ ਆਵਾਮ ਤੁਹਾਡੀ ਪਰਫਾਰਮੈਂਸ ਕਿੱਥੇ ਦੇਖ ਸਕੇਗੀ? ਕੈਨੇਡਾ ਜਾ ਰਿਹਾ ਭਾਜੀ ਇਨਸ਼ਾਅੱਲਾ ਚੰਦ ਦਿਨਾਂ ਤੱਕ। ਅੱਛਾ, ਕੈਨੇਡਾ ਦੇ ਵਿੱਚ ਕਿਆ ਐਸਾ ਤਾਂ ਨਹੀਂ ਜਿਸ ਤਰ੍ਹਾਂ ਮਿਸਾਲ ਤੋਂ ਕਿਹਾ ਜਾਂਦਾ ਕਿ ਉੱਥੇ ਅਕਸਰ ਇੰਜਰਡ ਹੋ ਕੇ ਸਾਡੇ ਪਲੇਅਰ ਵਾਪਸ ਆਉਂਦੇ ਨੇ, ਐਸਾ ਤਾਂ ਨਹੀਂ ਹੋਏਗਾ? ਮੈਂ ਭਾਜੀ ਜਿੰਦੋਂ ਤੱਕ ਕਬੱਡੀ ਦੇ ਵਿੱਚ ਆਇਆ ਨਾ, ਮੈਨੂੰ ਅੱਲਾ ਦੀ ਜ਼ਿਆਦਾ ਲੱਖ ਸ਼ੁਕਰ ਹੈ ਮੈਨੂੰ ਸੱਟ ਨਹੀਂ ਲੱਗੀ। ਮੈਂ ਪਿਛਲੇ ਦਫਾ ਕੈਨੇਡਾ ਵੀ ਗਿਆ ਨਾ, ਮੈਂ 4 ਮਹੀਨੇ ਖੇਲ ਕੇ ਮੈਂ ਆਪਣੀ ਬਾਡੀ ਤੋਂ ਵਾਲ ਨਹੀਂ ਕਦੀ ਲਾਏ, ਤੇ ਪਲੇਅਰ ਰੱਖਦੇ ਨਹੀਂ ਵਾਲ, ਟੁੱਟ ਜਾਂਦੇ ਆ ਨਾ। ਮੈਂ ਕਦੀ ਬਾਡੀ ਤੋਂ ਵਾਲ ਨਹੀਂ ਲਾਏ, ਉਹਦੀ ਵਜ੍ਹਾ ਹੈ ਕਿ ਮੈਨੂੰ ਕਦੀ ਨੁਕਸਾਨ ਹੋਇਆ ਨਹੀਂ, ਉਹਦੀ ਵਜ੍ਹਾ ਹੈ ਕਿ ਮੈਂ ਕਦੀ ਕਿਸੇ ਦਾ ਨੁਕਸਾਨ ਸੋਚਿਆ ਨਹੀਂ, ਕਦੀ ਕਿਸੇ ਨੂੰ ਨਾ ਮੈਂ ਸੱਟ ਲਾਈ ਤੇ ਨਾ ਮੈਨੂੰ ਅਲਹਮਦੁਲਿਲਾ ਲੱਗੀ। ਉਦੋਂ ਹੀ ਬੰਦੇ ਨਾਲ ਬੁਰਾ ਹੁੰਦਾ ਚਾਹੇ ਜਿੱਡਾ ਵੀ ਜੋ ਵੀ ਹੈ ਨਾ, ਜਦੋਂ ਕਿਸੇ ਦਾ ਬੰਦਾ ਬੁਰਾ ਸੋਚੇ।
नाज़रीन, आपने देखा कि उबैदुल्लाह राजपूत की पूरी लाइफ और स्ट्रगल स्टोरी कि किस तरह से पिछले 18-20 साल से वालिद का साया ना होने के बावजूद सिर्फ वालिदा ने इनका साथ दिया और इन्होंने अपनी भरपूर मेहनत से ना सिर्फ अपना नाम और मुकाम बनाया बल्कि दुनिया भर में अपनी बेहतरीन पहचान बनाई। और सिर्फ रास्ता क्या था? मेहनत, मेहनत और सिर्फ मेहनत। यही वजह है कि आज पूरी दुनिया में उबैदुल्लाह राजपूत के नाम का तूती बोल रहा है। उम्मीद करते हैं कि आज का पॉडकास्ट आपको पसंद आया होगा। अगले प्रोग्राम तक सरदार अमीन जतोई को दीजिए इजाजत। पाकिस्तान जिंदाबाद।